ਜਦੋਂ ਅੰਦੋਲਨ ਨਿਕਲਣਾ, ਬਦਲਾਅ ਆਉਣਾ, ਉਹ ਸਟੇਜਾਂ ਤੋਂ ਨਹੀਂ ਆਉਣਾ, ਉਹ ਇਹਨਾਂ ਗੱਲਾਂ ਬਾਤਾਂ ਚੋਂ, ਸੱਥਾਂ ਚੋਂ ਨਿਕਲਣਾ। ਜਦੋਂ ਕੋਈ ਹੁਕਮਰਾਨ ਧਿਰ ਜ਼ਬਰ ਤੇ ਜ਼ੁਲਮ ਕਰੂਗੀ, ਉਹਦਾ ਵਿਰੋਧ ਸਮਾਜ 'ਚ ਪ੍ਰਗਟ ਹੋਣਾ ਹੀ ਹੋਣਾ। ਇਹ ਲਾਜ਼ਮੀ ਆ, ਕੁਦਰਤੀ ਆ। ਅਸੀਂ ਖੜੇ ਕਿੱਥੇ ਆ? 2 ਦਿਨ ਪਹਿਲਾਂ ਬਠਿੰਡੇ ਪੂਰੇ ਪਰਿਵਾਰ ਨੇ, ਕਿਸਾਨ ਦੇ ਪਰਿਵਾਰ ਨੇ ਖੁਦਕੁਸ਼ੀ ਕੀਤੀ ਆ। ਹਜੇ ਤਾਂ ਅਸੀਂ ਪੁਰਾਣੇ ਕਾਨੂੰਨਾਂ ਨਾਲ ਹੀ ਲੜੀ ਜਾਂਦੇ ਆ। ਨਵੇਂ ਕਾਨੂੰਨਾਂ ਦਾ ਤਾਂ ਸਾਡੇ ਤੱਕ ਕੋਈ ਗੱਲ ਹੀ ਨਹੀਂ ਆਈ। ਉਹਨਾਂ ਦਾ ਤਾਂ ਗਲਬਾ ਪਿਆ ਹੀ ਨਹੀਂ ਸਾਡੇ ਤੇ। ਕਿਸੇ ਵੀ ਖਿੱਤੇ ਦੀ ਸਿਆਸਤ ਆ, ਉਹ ਧਰਤੀ ਨਾਲ ਜੁੜੀ ਹੁੰਦੀ ਆ। ਧਰਤੀ ਤੋਂ ਬਿਨਾਂ ਤੁਸੀਂ ਸਿਆਸਤ ਕਰ ਹੀ ਨਹੀਂ ਸਕਦੇ। ਸਰਕਾਰ ਨੇ ਤੁਹਾਡੇ ਤੋਂ ਤੁਹਾਡੀ ਧਰਤੀ ਖੋਹਣੀ ਆ। ਪੋਲੀਟੀਕਲ ਡਿਪਲੋਮੈਸੀ ਨੇ ਤਾਂ ਸਾਨੂੰ ਹਰਾਇਆ। ਅਸੀਂ ਅੰਦੋਲਨ ਪੈਦਾ ਕਰਦੇ ਆ, ਜਜ਼ਬਾ ਪੈਦਾ ਕਰਦੇ ਆ, ਫੇਰ ਵੀ ਕਰਦੇ ਰਹਾਂਗੇ, ਪਰ ਗਾਂਹ ਜਾ ਕੇ ਟੇਬਲ ਤੇ ਹਾਰ ਜਾਂਦੇ ਆ। ਕਿਉਂ ਹਾਰ ਜਾਂਦੇ ਆ? ਸਾਡੇ ਕੋਲੇ ਸਾਡੇ ਆਗੂ ਹੀ ਨਹੀਂ ਆ। ਜਿਹੜੇ ਹੈਗੇ ਉਹ ਗਦਾਰ ਆ। ਸਾਡੇ ਕੋਲੇ ਤਾਂ ਸਾਡੇ ਅਧਿਕਾਰ ਵੀ ਹੈ ਨਹੀਂ। ਅੱਜ ਫੰਡਾਮੈਂਟਲ ਰਾਈਟਸ, ਮਨੁੱਖੀ ਅਧਿਕਾਰ ਵੀ ਹੈ ਨਹੀਂ ਸਾਡੇ ਕੋਲੇ। ਫਿਰ ਕਿਹੜੀ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ? ਕਿਹੜੇ ਡੈਮੋਕ੍ਰੈਟਿਕ ਸਟਰਕਚਰ ਦੀ ਗੱਲ ਕਰਦੇ ਆ? ਅਸੀਂ ਕਿਸਾਨ ਆਗੂਆਂ ਨੇ ਸੰਘਰਸ਼ ਲੜੇ ਆ, ਲੰਬੇ ਘੋਲ ਲੜੇ ਆ, ਸਤਿਕਾਰਯੋਗ ਆ। ਉਹਨਾਂ ਨੇ ਡਾਂਗਾਂ ਖਾਧੀਆਂ, ਗੋਲੀਆਂ ਖਾਧੀਆਂ, ਪਰ ਸਾਡਾ ਨਿਕਲਿਆ ਕੀ ਆ? ਸਾਡੇ ਕੋਲੇ ਤਾਂ 17-75 ਸਾਲਾਂ ਦਾ ਇਤਿਹਾਸ ਪਿਆ ਨਾ। ਜੇ ਅਸਲ ਪੰਜਾਬ ਦਾ ਦਰਦ ਰੱਖਦੇ ਹੋ, ਫਿਰ ਕਿਹੜੀ ਹਉਮੈ, ਕਿਹੜੀ ਮੈਂ ਬੈਠੀ ਹੈ ਸਿਰ ਜੋੜ ਕੇ? ਗੱਲਾਂ ਕੀ ਕਰਦੇ ਆ ਵੀ ਸ਼ੰਭੂ ਮੋਰਚੇ ਤੋਂ ਤਾਂ ਯਾਰ ਪਤਾ ਹੀ ਨਹੀਂ ਲੱਗ ਰਿਹਾ ਗੱਲ ਕੀ ਹੋ ਰਹੀ ਆ। ਸ਼ੰਭੂ ਮੋਰਚੇ ਤੋਂ ਸਿਰਫ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਹੋ ਰਹੀ ਆ। ਇੱਥੋਂ ਦੁਨੀਆ ਦੇ ਹੋਰ ਕਿਸੇ ਫਲਸਫੇ ਦੀ ਗੱਲ ਨਹੀਂ ਕੀਤੀ ਜਾ ਸਕਦੀ, ਨਾ ਹੀ ਹੋਊਗੀ। ਹਾਂਜੀ, ਸਤਿਕਾਰਯੋਗ ਸੰਗਤ ਬੈਠੀ ਆ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲਾਂ ਬਾਤਾਂ ਹੀ ਕਰਨੀਆਂ। ਮੈਂ ਹਮੇਸ਼ਾ ਇਸ ਗੱਲ ਨੂੰ ਮੰਨਦਾ ਵੀ ਜਦੋਂ ਅੰਦੋਲਨ ਨਿਕਲਣਾ, ਬਦਲਾਅ ਆਉਣਾ, ਉਹ ਸਟੇਜਾਂ ਤੋਂ ਨਹੀਂ ਆਉਣਾ, ਉਹ ਇਹਨਾਂ ਗੱਲਾਂ ਬਾਤਾਂ ਚੋਂ, ਸੱਥਾਂ ਚੋਂ ਨਿਕਲਣਾ। ਇਸ ਕਰਕੇ ਸੰਵਾਦ, ਸਿਰ ਜੋੜ ਕੇ ਬੈਠਣਾ ਤੇ ਗੱਲਾਂ ਨੂੰ ਸਮਝਣਾ, ਮਸਲਿਆਂ ਨੂੰ ਸਮਝਣਾ, ਹਾਲਾਤਾਂ ਨੂੰ ਸਮਝਣਾ, ਇਹ ਬੜਾ ਜ਼ਰੂਰੀ ਹੁੰਦਾ। ਸਾਡਾ ਇੱਕ ਮਕਸਦ ਇਸ ਮੋਰਚੇ ਦਾ ਇਹ ਵੀ ਆ। ਇਸੇ ਕਰਕੇ ਇੱਥੇ ਵਿਚਾਰਾਂ ਦੇ ਵਖਰੇਵੇਂ ਵੀ ਹੋ ਸਕਦੇ ਆ। ਕਈ ਬੁਲਾਰੇ ਆਉਂਦੇ ਆ, ਹੋ ਸਕਦਾ ਉਹਨਾਂ ਦੀ ਆਪਦੀ ਰਾਜਨੀਤਿਕ ਸਮਝ ਹੁੰਦੀ ਆ, ਸਮਾਜਿਕ ਸਮਝ ਹੁੰਦੀ ਆ। ਜ਼ਰੂਰੀ ਨਹੀਂ ਸਾਨੂੰ ਹਰ ਬੁਲਾਰੇ ਨਾਲ ਸਹਿਮਤੀ ਰੱਖਣੀ ਹੋਵੇ ਜਾਂ ਰੱਖਣੀ ਚਾਹੀਦੀ ਆ। ਕੁਛ ਆਪਾਂ ਜ਼ਿੰਦਗੀ 'ਚ ਵਿਚਰਦੇ ਹੋਏ ਸਮਾਜਿਕ ਤੌਰ 'ਤੇ ਵਰਤਾਰਿਆਂ ਤੋਂ ਅਸੀਂ ਆਪ ਵੀ ਖੁਦ ਸਿੱਖਿਆ ਹੁੰਦਾ, ਗ੍ਰਹਿਣ ਕੀਤਾ ਹੁੰਦਾ। ਉਵੇਂ ਹੀ ਰਾਜਨੀਤਿਕ ਸਮਝ 'ਚੋਂ ਵੀ ਸਾਡੇ ਕਈ ਧਾਰਨਾਵਾਂ ਸਾਡੇ ਅੰਦਰ ਬਣੀਆਂ ਹੁੰਦੀਆਂ। ਪਰ ਇੱਕ ਗੱਲ ਸਮਝਣ ਦੀ ਬਹੁਤ ਜ਼ਰੂਰਤ ਆ, ਜਿਹੜੀ ਅਟੱਲ ਸੱਚਾਈ ਆ ਜਾਂ ਪ੍ਰਮਾਣਿਕ ਤੱਥ, ਉਹਨੂੰ ਕਹਿ ਲਓ ਵੀ ਪ੍ਰਤੱਖ ਹਕੀਕਤ ਆ। ਅਸੀਂ ਉੱਥੋਂ ਚੱਲਦੇ ਹਾਂ ਜਿੱਥੋਂ ਇਹ ਅੱਜ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਤੋਂ ਐਂ ਚੱਲਦਾ ਆਉਂਦਾ ਵੀ ਜ਼ਬਰ ਤੇ ਜ਼ੁਲਮ ਸਰਕਾਰ ਨੇ ਕਰਨਾ ਹੀ ਹੁੰਦਾ, ਹੁਕਮਰਾਨ ਧਿਰ ਨੇ ਕਰਨਾ ਹੀ ਹੁੰਦਾ, ਤੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਵੀ ਕੁਦਰਤੀ ਆ। ਜੇ ਅਸੀਂ ਕਹੀਏ ਵਿਰੋਧ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਗੁਰੂ ਨਾਨਕ ਸਾਹਿਬ ਨੇ ਤਾਂ ਕੀਤਾ ਸੀ। ਉਦੋਂ ਪਹਿਲਾਂ ਵੀ ਭਗਤੀ ਮੂਵਮੈਂਟ ਚੱਲੀ, ਜਾਂ ਸਮੇਂ-ਸਮੇਂ ਤੋਂ ਜਿਹੜੇ ਰੈਵੋਲਿਊਸ਼ਨਰੀ ਹੋਏ ਆ। ਅਸੀਂ ਰੈਵੋਲਿਊਸ਼ਨਸ ਵੀ ਪੜ੍ਹ ਲਈਏ, ਚਾਹੇ ਅਮਰੀਕਨ ਰੈਵੋਲਿਊਸ਼ਨ ਆ, ਰਸ਼ੀਅਨ ਰੈਵੋਲਿਊਸ਼ਨ ਆ, ਯੂਰਪੀਅਨ ਰੈਵੋਲਿਊਸ਼ਨ ਆ। ਜਦੋਂ ਕੋਈ ਹੁਕਮਰਾਨ ਧਿਰ ਜ਼ਬਰ ਤੇ ਜ਼ੁਲਮ ਕਰੂਗੀ, ਉਹਦਾ ਵਿਰੋਧ ਸਮਾਜ 'ਚ ਪ੍ਰਗਟ ਹੋਣਾ ਹੀ ਹੋਣਾ। ਇਹ ਲਾਜ਼ਮੀ ਆ, ਕੁਦਰਤੀ ਆ। ਅਸੀਂ ਵੀ ਕਰਦੇ ਰਹੇ ਹਾਂ। ਸਾਡੀ ਆਵਾਜ਼ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਕੀਤੀ, ਜ਼ਬਰ ਤੇ ਜ਼ੁਲਮ ਦਾ ਵਿਰੋਧ ਕੀਤਾ, ਸਿਧਾਂਤਕ ਤੌਰ ਤੇ ਆਤਮਿਕ ਤੌਰ ਤੇ ਨਾਲ। ਕਿਉਂਕਿ ਉਹਨਾਂ ਨੇ ਇੱਕ ਗੱਲ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਰੱਖੀ ਵੀ ਮਨੁੱਖ ਸਮਾਜ ਦੀ ਮੁੱਢਲੀ ਇਕਾਈ ਆ। ਸਮਾਜ ਦੀ ਮੁੱਢਲੀ ਇਕਾਈ ਨੂੰ ਜੇ ਸੰਬੋਧਨ ਕਰਨਾ ਤਾਂ ਉਹਦੇ ਮਨ ਨੂੰ ਸੰਬੋਧਨ ਕਰੋ।
जे कोई हुक्मरान धिर बैठ के कानून बनाउंदी है, नियम घड़दी आ, वो तो समाज नूं बहुत वड्डे रूप च संबोधन कर रही है। मनां नूं तां संबोधन ही नहीं किया जा रहा, किरदारां दी तां गल ही नहीं की जा रही, इखलाक दी गल ही नहीं की जा रही। चलो आपां अगे वधदे हां। जदों असीं जबर ते जुल्म दा विरोध करते हैं, एक अंदोलन प्रगट हुंदा। अंदोलन असीं भी उस अंदोलन दा हिस्सा। अज अंदोलन प्रगट हुंदा, असीं लड़ाई वेड़दे हां। लड़ाई हथियारबंद भी हुंदी आ ते शांतमई भी हुंदी आ। हथियारबंद लड़ाई साडी खाड़कू ਸਿੰਘਾਂ ने पंजाब तो या होर कई कौमां ने आपदे आपदे खित्तियां च लड़ी, वो भी असर पाउंदी आ। ये नहीं भी वो असर नहीं पाउंदी। ਇਹਦਾ ਉਦੇਸ਼ ਕੀ ਆ, ਪਰਪਸ ਕੀ ਆ, ਆਪਾਂ ਇਹ ਸਮਝਦੇ ਹਾਂ। ਉਸੇ ਤਰ੍ਹਾਂ ਜੋ ਅਸੀਂ ਅੱਜ ਲੜਾਈ ਲੜ ਰਹੇ ਹਾਂ, ਸਿਰ ਜੋੜ ਕੇ ਬੈਠੇ ਹਾਂ, ਇੱਕ ਬਿਰਤਾਂਤ ਵੀ ਰਚ ਰਹੇ ਹਾਂ, ਆਪਦੀ ਆਵਾਜ਼ ਵੀ ਬੁਲੰਦ ਕਰ ਰਹੇ ਹਾਂ, ਇਹ ਵੀ ਅਸਰ ਪਾਉਂਦੀ ਹੈ। ਮਕਸਦ ਕੀ ਹੁੰਦਾ? ਮਕਸਦ ਹੁੰਦਾ ਸਰਕਾਰਾਂ ਲਈ ਕੋਈ ਮਜਬੂਰੀ ਖੜੀ ਕਰਨੀ, ਰਾਜਸੀ ਮਜਬੂਰੀ ਖੜੀ ਕਰਨੀ, ਤਾਂ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਾਜ਼ੀ ਹੋ ਜੇ, ਤਿਆਰ ਹੋ ਜੇ। ਹਥਿਆਰਬੰਦ ਲੜਾਈ ਦਾ ਵੀ ਮਕਸਦ ਇਹ ਆ ਤੇ ਇਸ ਲੜਾਈ ਦਾ ਵੀ ਮਕਸਦ ਇਹੀ ਆ। ਕਿਸਾਨਾਂ ਦਾ ਸੰਘਰਸ਼ ਆ, ਮਜ਼ਦੂਰਾਂ ਦਾ ਸੰਘਰਸ਼ ਆ, ਅਸੀਂ ਉਹਦਾ ਹੀ ਅੱਜ ਹਿੱਸਾ, ਉਹਦਾ ਪਾਰਟ ਆ। ਸਾਡਾ ਮਕਸਦ ਇਹੀ ਆ। ਜੇ ਰੇਲਾਂ ਰੋਕੀ ਜਾਂਦੇ ਆ, ਪੰਪਾਂ ਤੇ ਬੈਠੇ ਆ ਜਾਂ ਟੋਲ ਪਲਾਜ਼ਿਆਂ ਤੇ ਬੈਠੇ ਆ, ਆਪਾਂ ਸ਼ੰਭੂ ਮੋਰਚਾ ਲਾਇਆ ਹੋਇਆ, ਮਕਸਦ ਇਹੀ ਆ ਸਰਕਾਰ ਰਾਜਸੀ ਮਜਬੂਰੀ ਸਰਕਾਰ ਦੀ ਖੜੀ ਕਰ ਦਈਏ, ਲਾਮਬੰਦੀ ਐਡੀ ਵੱਡੀ ਕਰ ਦਈਏ, ਸਰਕਾਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਟੇਬਲ ਟਾਕ ਵਾਸਤੇ ਰਾਜ਼ੀ ਹੋ ਜੇ। ਜਦੋਂ ਟੇਬਲ ਟਾਕ ਹੁੰਦਾ ਤਾਂ ਪੋਲੀਟੀਕਲ ਡਿਪਲੋਮੈਸੀ ਦੀ ਗੱਲ ਹੁੰਦੀ ਹੈ। ਉੱਥੇ ਹਮੇਸ਼ਾ ਇਹਦਾ ਮਤਲਬ ਲੜਾਈ ਨੇ ਮੁੱਕਣਾ ਕਿੱਥੇ ਆ ਕੇ? ਲੜਾਈ ਨੇ ਮੁੱਕਣਾ ਟੇਬਲ ਤੇ ਆ। ਪੋਲੀਟੀਕਲ ਡਿਪਲੋਮੈਸੀ ਦੇ ਥਰੂ ਟੇਬਲ ਤੇ ਮੁੱਕਣਾ। ਇੱਕ ਪਾਸੇ ਸਾਡੀ ਧਿਰ ਬੈਠੀ ਹੋਊਗੀ, ਇੱਕ ਪਾਸੇ ਸਰਕਾਰ ਦੀ ਧਿਰ ਬੈਠੀ ਹੋਊਗੀ, ਤੇ ਪੋਲੀਟੀਕਲ ਡਿਪਲੋਮੈਸੀ 'ਚ ਉਸ ਟੇਬਲ ਤੇ ਲੜਾਈ ਲੜੀ ਜਾਣੀ ਆ। ਉੱਥੋਂ ਅਸੀਂ ਕੀ ਲੈ ਕੇ ਆਉਣਾ, ਕੀ ਨਹੀਂ ਲੈ ਕੇ ਆਉਣਾ, ਇਹ ਸਾਡੇ ਆਗੂਆਂ ਦਾ ਤੇ ਹੁਕਮਰਾਨਾਂ ਦੇ ਵਿੱਚ ਉੱਥੇ ਵੀ ਇਹ ਜੱਦੋਜਹਿਦ ਤੇ ਲੜਾਈ ਹੁੰਦੀ ਆ ਟੇਬਲ ਦੇ ਉੱਤੇ। ਹੁਣ ਸਮੇਂ ਤੋਂ ਅਸੀਂ ਇਹ ਦੇਖਦੇ ਰਹੇ ਹਾਂ ਵੀ ਪੋਲੀਟੀਕਲ ਡਿਪਲੋਮੈਸੀ ਅਸੀਂ ਸੰਘਰਸ਼ ਲੜੇ, ਹਥਿਆਰਬੰਦ ਲੜਾਈ ਵੀ ਲੜੀ, ਅੰਦੋਲਨ ਵੀ ਖੜੇ ਕੀਤੇ। ਬਰਗਾੜੀ ਦਾ ਵੀ, ਸਰਬੱਤ ਖਾਲਸਾ, ਉਦੋਂ ਪਹਿਲਾਂ ਬੜੇ ਅੰਦੋਲਨ ਆ, ਸਾਡੇ ਇਤਿਹਾਸ 'ਚ ਬੜੇ ਅੰਦੋਲਨ ਅਸੀਂ ਖੜੇ ਕੀਤੇ, ਮੋਰਚੇ ਲਾਏ। ਪਰ ਜਦੋਂ ਪੋਲੀਟੀਕਲ ਡਿਪਲੋਮੈਸੀ ਤੇ ਗੱਲ ਆਉਂਦੀ ਆ, ਅਸੀਂ ਹਾਰ ਜਾਂਦੇ ਹਾਂ। ਇਹ ਗੱਲ ਕਦੇ ਅਸੀਂ ਸਮਝ ਹੀ ਨਹੀਂ ਸਕੇ। ਕਿਉਂ ਹਾਰਦੇ ਹਾਂ? ਜਿਹੜੇ ਆਗੂ ਜਾਂ ਤਾਂ ਉਹਨਾਂ ਦੀਆਂ ਬਦਨੀਤੀਆਂ ਜਾਂ ਉਹਨਾਂ ਦੀਆਂ ਗਦਾਰੀਆਂ ਉਹ ਕੌਮ ਨੂੰ ਵੀ ਵੇਚ ਆਉਂਦੇ ਆ, ਪੰਜਾਬ ਨੂੰ ਵੀ ਵੇਚ ਆਉਂਦੇ ਆ। ਸਰਕਾਰ ਨੇ ਕੰਮ ਕੀ ਕਰਨਾ ਹੁੰਦਾ? ਸਰਕਾਰ ਨੇ ਸਾਡੇ ਆਗੂਆਂ ਦੀਆਂ ਕਮਜ਼ੋਰੀਆਂ ਲੱਭਣੀਆਂ ਹੁੰਦੀਆਂ। ਸਰਕਾਰ ਨੇ ਆਗੂਆਂ ਦੀ ਵੀ ਕਮਜ਼ੋਰੀਆਂ ਲੱਭਣੀਆਂ ਤੇ ਚੱਲਦੇ ਅੰਦੋਲਨ 'ਚ ਸਰਕਾਰ ਨਾਲ ਹੋਰ ਖੇਡਾਂ ਖੇਡਦੀ ਆ, ਸਾਜ਼ਿਸ਼ ਰਚਦੀ ਆ। ਸਰਕਾਰ ਚੱਲਦੇ ਅੰਦੋਲਨ 'ਚ ਸਾਨੂੰ ਵਾਇਲੈਂਸ ਵੱਲ ਧੱਕਦੀ ਆ। ਸਾਡੇ 'ਚ ਜਿਵੇਂ ਉੱਦਾਂ ਇੱਥੇ ਨੌਜਵਾਨ ਬਹਿ ਗਏ ਸੀ, ਚਲੋ ਜੀ ਸੜਕ ਆਪਾਂ ਜੋ ਚੱਕ ਦੋ ਧਰ ਲਓ, ਤੇ ਆਪਾਂ ਸੜਕ ਤੇ ਬਹਿੰਦੇ ਹਾਂ, ਲਓ ਹੁਣ ਟੱਪ ਕੇ ਦਿਖਾਵੇ ਸਹੀ। ਇਹੀ ਤਾਂ ਚਾਹੁੰਦੀ ਆ ਸਰਕਾਰ, ਤੁਹਾਨੂੰ ਵਾਇਲੈਂਸ ਵੱਲ ਧੱਕ ਕੇ ਤੁਹਾਡੇ ਤੇ ਹੋਰ ਜ਼ਬਰ ਜ਼ੁਲਮ ਕਰਨਗੇ ਤੇ ਤੁਹਾਨੂੰ ਨਿਸ਼ਾਨੇ ਤੋਂ ਭਟਕਾ ਦੇਣਗੇ। ਨਿਸ਼ਾਨਾ ਕੀ ਆ ਸਾਡਾ ਅੱਜ? ਕਿਸਾਨੀ ਨਿਸ਼ਾਨਾ। ਮਜ਼ਦੂਰਾਂ ਦੇ ਲਈ ਉਹਨਾਂ ਦਾ ਸ਼ੋਸ਼ਣ ਰੋਕਣਾ। ਅਸੀਂ ਲੱਗ ਕੇ ਕਿਸ ਚੀਜ਼ ਤੇ ਜਾਵਾਂਗੇ? ਮੰਨ ਲਓ ਉਹਨਾਂ ਦੇ ਸਿਰ ਪਾੜ ਦਿੰਦੇ, ਉੱਦਾਂ ਅਸੀਂ ਉਹਨਾਂ ਲਈ ਨਿਆਂ ਮੰਗਣ ਤੇ ਲੱਗ ਜਾਂਦੇ। ਤਾਂ ਸਰਕਾਰਾਂ ਨੇ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਤੁਹਾਡੇ ਆਗੂਆਂ ਨੂੰ ਵੀ ਉਹਨਾਂ ਦੀਆਂ ਕਮਜ਼ੋਰੀਆਂ ਦੇ ਥਰੂ ਫੜ ਲਿਆ ਤੇ ਅੰਦੋਲਨ ਕਮਜ਼ੋਰ ਕਰਕੇ ਲੋਕਾਂ ਦਾ ਨਿਸ਼ਾਨਾ ਵੀ ਭਟਕਾਤਾ, ਕਿਤੇ ਹੋਰ ਹੀ ਲਾਤੇ। ਸਾਡੇ ਨਾਲ ਸਮੇਂ ਤੋਂ ਇਹੀ ਚੱਲਦਾ ਆ ਰਿਹਾ। ਉਦੋਂ ਬਾਅਦ ਵੱਡੀ ਗਲਤੀ ਅਸੀਂ ਕੀ ਕਰਦੇ ਹਾਂ? ਬਹੁਤ ਵੱਡੀ ਗਲਤੀ ਜਿਹੜੀ ਅੱਜ ਮੈਂ ਕਿਸਾਨ ਯੂਨੀਅਨ ਆ ਜਾਂ ਉਹਨਾਂ ਨਾਲ ਬਹਿਣਾ, ਇਸੇ ਗੱਲ ਤੇ ਬਹਿਸ ਹੁੰਦੀ ਹੈ, ਇਸੇ ਗੱਲ ਤੇ ਚਰਚਾ ਹੁੰਦੀ ਹੈ, ਇਸੇ ਗੱਲ ਤੇ ਸੰਵਾਦ ਹੁੰਦਾ। ਅਸੀਂ ਰਿਆਇਤਾਂ ਲਈ ਲੜਨ ਲੱਗ ਜਾਂਦੇ ਹਾਂ। ਰਿਆਇਤਾਂ ਲਈ ਲੜਨ ਲੱਗ ਜਾਂਦੇ ਹਾਂ। ਇਹਦੀ ਉਦਾਹਰਨ ਦਿੰਦਾ ਮੈਂ ਤੁਹਾਨੂੰ। ਕੱਲ੍ਹ ਰਾਤ ਹੀ ਅਸੀਂ ਗੱਲ ਕਰ ਰਹੇ ਸੀ, ਇੱਕ ਲੀਬੀਆ ਦਾ ਬਹੁਤ ਵੱਡਾ ਰੈਵੋਲਿਊਸ਼ਨਰੀ ਹੋਇਆ। ਬਹੁਤ ਜਿਵੇਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, ਉੱਥੇ ਉਮਰ ਮੁਖਤਿਆਰ ਬਹੁਤ ਵੱਡਾ ਉੱਥੋਂ ਦਾ ਰੈਵੋਲਿਊਸ਼ਨਰੀ ਸੀ, ਲੀਬੀਆ ਦੀ ਆਜ਼ਾਦੀ ਲਈ ਲੜਦਾ ਸੀ। ਤੇ ਉੱਥੇ ਕਲੋਨੀ ਸੀ, ਬਸਤੀ ਸੀ ਫਰੈਂਚ ਲੋਕਾਂ ਦੀ, ਫਰੈਂਚ ਸਰਕਾਰ ਦੀ। ਇੱਕ ਮੋੜ, ਇੱਕ ਕਿਸੇ ਸਮੇਂ ਜਾ ਕੇ ਮੋੜ ਜਾਂ ਹਾਲਾਤ ਇਹੋ ਜਿਹੇ ਬਣਦੇ ਆ, ਜਦੋਂ ਲੜ ਰਹੀ ਧਿਰ
ਉਹ ਵੀ ਲੜਾਈ ਲੰਬੀ ਲੜਦੀ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਕੁਛ ਨਾ ਕੁਛ ਲੈ ਡਿੱਗੀਏ। ਸਰਕਾਰ ਵੀ ਇਹੋ ਜਿਹੇ ਮੌਕੇ ਤੇ ਆ ਜਾਂਦੀ ਆ ਵੀ ਹੁਣ ਸਰਕਾਰ ਦੀ ਕਿਤੇ ਪ੍ਰਾਇਰਟੀ ਹੋਰ ਹੁੰਦੀ ਆ। ਉਦੋਂ ਦੂਜਾ ਵਿਸ਼ਵ ਯੁੱਧ ਲੱਗ ਗਿਆ ਤੇ ਸਰਕਾਰ ਦਾ ਉਦੋਂ ਮਕਸਦ ਇਹ ਸੀ ਵੀ ਵਿਸ਼ਵ ਯੁੱਧ 'ਚ ਆਪਦੀ ਪੂਰੀ ਫੋਰਸ, ਆਪਦੀ ਤਾਕਤ ਲਾਈ ਜਾਵੇ ਤੇ ਅੰਦਰ ਜਿਹੜੀ ਉਹਨਾਂ ਬਸਤੀਆਂ ਦੀ ਲੜਾਈ ਆ ਉਹਨੂੰ ਕਿਵੇਂ ਨਾ ਕਿਵੇਂ ਹੈਂਡਲ ਕੀਤਾ ਜਾਵੇ। ਤਾਂ ਸਰਕਾਰ ਨੇ ਉਹਨੂੰ ਟੇਬਲ ਤੇ ਭਾਲਿਆ। ਹੁਣ ਲੜ ਰਹੀ ਧਿਰ ਨੇ ਵੀ ਇਹ ਸੋਚਿਆ ਵੀ ਗੱਲ ਜੇ ਟੇਬਲ ਤੱਕ ਜਾਂਦੀ ਆ ਤਾਂ ਅਸੀਂ ਪੋਲੀਟੀਕਲ ਡਿਪਲੋਮੈਸੀ ਦੇ ਥਰੂ ਹੋ ਸਕਦਾ ਆਪਦੇ ਕੁਝ ਹੱਕ ਲੈ ਡਿੱਗੀਏ। ਫ੍ਰੈਂਚ ਗਵਰਨਮੈਂਟ ਨੇ ਉਸ ਵੇਲੇ ਉਹਨਾਂ ਨੂੰ ਕੁਝ ਰਿਆਇਤਾਂ ਦਿੱਤੀਆਂ। ਰਿਆਇਤਾਂ ਇਹ ਦਿੱਤੀਆਂ ਵੀ ਚਲੋ ਅਸੀਂ ਸਾਂਝੇ ਤੌਰ 'ਤੇ ਲੀਬੀਆ ਨੂੰ ਚਲਾਉਣੇ ਆ, ਅੱਧੇ ਕੁ ਡਿਪਾਰਟਮੈਂਟ ਤੁਸੀਂ ਰੱਖ ਲਓ, ਅੱਧੇ ਕੁ ਅਸੀਂ ਰੱਖ ਲੈਂਦੇ ਹਾਂ। ਤੇ ਨਾਲ ਇਹ ਕਹਿਤਾ ਵੀ ਤੁਹਾਡੇ ਜਿੰਨੇ ਬੰਦੇ ਆ ਉਹ ਤਾਂ ਜਜ਼ਬੇ ਲਈ ਲੜੀ ਜਾਂਦੇ ਆ, ਅਸੀਂ ਆਪਦੀ ਆਰਮੀ 'ਚ ਭਰਤੀ ਕਰ ਲੈਂਦੇ ਆ ਉਹਨਾਂ ਨੂੰ। ਨਾਲ ਤੁਹਾਡੇ ਰਹਿਣ ਦਾ, ਖਾਣ ਦਾ, ਪੀਣ ਦਾ, ਤੁਹਾਡੀ ਜ਼ਿੰਦਗੀ ਜਿਉਣ ਦੇ ਸਾਰਾ ਮੁਹੱਈਆ ਕਰਾਉਣੇ ਆ ਜਿਹੜੇ ਇਹਦੇ ਸਾਧਨ ਆ। ਰਿਆਇਤਾਂ ਦੇਤੀਆਂ ਪਰ ਕਰਦੀ ਕੀ ਆ ਹੁਕਮਰਾਨ ਧਿਰ? ਇੱਕ ਪਾਸੇ ਸਾਨੂੰ ਰਿਆਇਤਾਂ ਦਿੰਦੀ ਆ, ਦੂਜੇ ਪਾਸੇ ਉਹ ਸਿਸਟਮ ਐਡਾ ਤਕੜਾ ਖੜੀ ਕਰੀ ਜਾਂਦੀ ਰਹਿੰਦੀ ਆ ਵੀ ਉਹਨਾਂ ਨੇ ਸਾਨੂੰ ਦੱਬਣਾ ਤਾਂ ਹੁੰਦਾ ਹੀ ਆ, ਸਾਡੇ ਤੇ ਗਲਬਾ ਤਾਂ ਪਾਉਣਾ ਹੁੰਦਾ ਹੀ ਆ। ਅਸੀਂ ਰਿਆਇਤਾਂ ਲੈ ਕੇ ਖੁਸ਼ ਹੋ ਜਾਂਦੇ ਆ ਪਰ ਉਹ ਸਿਸਟਮ ਜਿਹੜਾ ਐਡਾ ਤਕੜਾ ਸਾਡੇ ਖਿਲਾਫ ਉਸਾਰਤਾ, ਉਹਨੇ ਇੱਕ ਦਿਨ ਆ ਕੇ ਸਾਨੂੰ ਫੇਰ ਅਟੈਕ ਕਰਨਾ। ਸਾਡੇ ਤੇ ਅਟੈਕ ਕਰਕੇ ਉਸ ਮੌਕੇ ਤੇ ਅਟੈਕ ਕਰਨਾ ਵੀ ਸਾਨੂੰ ਉਸ ਤੋਂ ਬਾਅਦ ਲੜਨ ਜੋਗੇ ਵੀ ਨਹੀਂ ਰਹਿਣ ਦੇਣਾ। ਉਮਰ ਮੁਖਤਿਆਰ ਨੇ ਇਹ ਗੱਲਾਂ ਸਾਰੀਆਂ ਉਹਨਾਂ ਦਾ ਖੰਡਨ ਕਰਕੇ ਮਨਾ ਕਰਤਾ। ਕਹਿੰਦਾ ਤੁਸੀਂ ਜੇ ਚਾਹੁੰਦੇ ਹੋ ਵੀ ਅਸੀਂ ਐਸ਼ੋ ਆਰਾਮ 'ਚ ਪੈ ਜਾਈਏ, ਅਸੀਂ ਆਪਦੇ ਜਿਹੜੇ ਜਜ਼ਬੇ ਵਾਲੇ ਬੰਦੇ ਆ ਤੁਹਾਨੂੰ ਦੇ ਦਈਏ ਤੇ ਤੁਸੀਂ ਆਹ ਵਿਸ਼ਵ ਯੁੱਧ ਲੜ ਕੇ ਵਾਪਸ ਆ ਕੇ ਸਾਡੇ ਤੇ ਫਿਰ ਉਹੀ ਗਲਬਾ ਪਾ ਲਓ, ਸਾਡੇ ਤੇ ਸਾਡੀ ਆਜ਼ਾਦੀ ਜਾਂ ਸਾਡੀ ਸੋਸ਼ਲ ਫਰੀਡਮ, ਪੋਲੀਟੀਕਲ ਫਰੀਡਮ ਜਾਂ ਸਾਡੀ ਸਿਆਸਤ ਨੂੰ ਨੱਪ ਲਓ, ਤਾਂ ਇਹ ਤਾਂ ਨਹੀਂ ਹੋਊਗਾ, ਅਸੀਂ ਤਾਂ ਲੜਾਂਗੇ। ਹੁਣ ਜਦੋਂ ਸਰਕਾਰ ਸਾਨੂੰ ਇਹ ਕਹਿ ਰਹੀ ਆ ਅੱਜ MSP ਲੈ ਲਓ, ਫਸਲਾਂ ਦਾ ਮੰਡੀਕਰਨ ਨਹੀਂ ਰੁਕੂਗਾ, ਸਾਨੂੰ ਤਾਂ ਰਿਆਇਤਾਂ ਦੇ ਰਹੇ ਆ। ਪਰ ਜੇ ਤਿੰਨੇ ਆਰਡੀਨੈਂਸ ਵਾਪਸ ਵੀ ਲੈ ਲੈਣ ਉਹ ਵੀ ਰਿਆਇਤ ਆ। ਸਾਡੇ ਕੋਲੇ ਅਸੀਂ ਖੜੇ ਕਿੱਥੇ ਆ? 2 ਦਿਨ ਪਹਿਲਾਂ ਬਠਿੰਡੇ ਪੂਰੇ ਪਰਿਵਾਰ ਨੇ, ਕਿਸਾਨ ਦੇ ਪਰਿਵਾਰ ਨੇ ਖੁਦਕੁਸ਼ੀ ਕੀਤੀ ਆ। ਹਜੇ ਤਾਂ ਅਸੀਂ ਪੁਰਾਣੇ ਕਾਨੂੰਨਾਂ ਨਾਲ ਹੀ ਲੜੀ ਜਾਂਦੇ ਆ, ਨਵੇਂ ਕਾਨੂੰਨਾਂ ਦਾ ਤਾਂ ਸਾਡੇ ਤੱਕ ਕੋਈ ਗੱਲ ਹੀ ਨਹੀਂ ਆਈ, ਉਹਨਾਂ ਦਾ ਤਾਂ ਗਲਬਾ ਪਿਆ ਹੀ ਨਹੀਂ ਸਾਡੇ ਤੇ। ਸੋ ਇਹਦਾ ਮਤਲਬ ਪੁਰਾਣਾ ਜਿਹੜਾ ਸਿਸਟਮ ਸੀ, ਪੁਰਾਣੇ ਕਾਨੂੰਨ ਸੀ, ਉਹ ਵੀ ਬਾਹਲੇ ਸਿਖਾਵੇਂ ਨਹੀਂ ਆ ਸਾਡੇ ਲਈ। ਫਿਰ ਸਾਡੀ ਲੜਾਈ ਕੀ ਹੋਣੀ ਚਾਹੀਦੀ ਆ? ਸਾਡੀ ਲੜਾਈ ਸਾਡੀ ਹੱਕਾਂ ਦੀ ਹੋਣੀ ਚਾਹੀਦੀ ਆ। ਰਿਆਇਤਾਂ ਦੀ ਲੜਾਈ ਨਹੀਂ ਲੜ ਸਕਦੇ ਅਸੀਂ। ਰਿਆਇਤਾਂ ਦੀ ਲੜਾਈ ਲੜਾਂਗੇ ਤਾਂ ਅਸੀਂ ਪੰਜਾਬ ਨਾਲ, ਕੌਮ ਨਾਲ ਤੇ ਹਰ ਉਸ ਰੂਹ ਨਾਲ ਜਿਹੜੀ ਇਸ ਧਰਤੀ ਨਾਲ ਜੁੜੀ ਆ ਉਹਦੇ ਨਾਲ ਗਦਾਰੀ ਕਰਾਂਗੇ। ਹੁਣ ਅਗਲੀ ਗੱਲ ਸਮਝਣ ਦੀ ਬਹੁਤ ਜ਼ਰੂਰਤ ਆ। ਇਹ ਕੱਲੀ ਆਰਡੀਨੈਂਸਿਸ ਦੀ ਜਾਂ ਇਹ ਨਵੀਂ ਲੈਜਿਸਲੇਸ਼ਨ, ਨਵੇਂ ਕਾਨੂੰਨ ਬਣ ਰਹੇ ਆ ਜਾਂ ਆਰਥਿਕ ਲੜਾਈ ਨਹੀਂ ਆ, ਇਹ ਸਿਆਸੀ ਲੜਾਈ ਵੀ ਆ। ਕਿਵੇਂ ਆ ਸਿਆਸੀ ਲੜਾਈ? ਕਿਸੇ ਵੀ ਖਿੱਤੇ ਦੀ ਸਿਆਸਤ ਆ ਨਾ ਜਿਹੜੀ, ਅਸੀਂ ਕਹਿੰਦੇ ਆ ਪੰਜਾਬ ਦੇ ਹੋਣ ਦੀ ਲੜਾਈ ਆ। ਕਿਉਂ? ਇਹ ਸਮਝਦੇ ਆ ਕਿਸੇ ਵੀ ਖਿੱਤੇ ਦੀ ਸਿਆਸਤ ਆ ਉਹ ਧਰਤੀ ਨਾਲ ਜੁੜੀ ਹੁੰਦੀ ਆ। ਧਰਤੀ ਤੋਂ ਬਿਨਾਂ ਤੁਸੀਂ ਸਿਆਸਤ ਕਰ ਹੀ ਨਹੀਂ ਸਕਦੇ। ਸਰਕਾਰ ਨੇ ਤੁਹਾਡੇ ਤੋਂ ਤੁਹਾਡੀ ਧਰਤੀ ਖੋਹਣੀ ਆ। ਤੁਹਾਡਾ ਫਲਸਫਾ ਵੀ ਇਸੇ ਧਰਤੀ 'ਚ ਪਿਆ, ਤੁਹਾਡੀ ਸਿਆਸਤ ਵੀ ਇਸ ਧਰਤੀ 'ਚ ਪਈ ਆ। ਇਹਦਾ ਪ੍ਰਤੱਖ ਰੂਪ 'ਚ ਉਦਾਹਰਨ ਆ, ਜੇ ਗੁਰੂ ਨਾਨਕ ਸਾਹਿਬ ਨੇ ਕਿਰਤ ਕੀਤੀ, ਅਸੀਂ ਕਿੱਥੋਂ ਜੁੜੇ ਆ? ਕਿਉਂ ਕਹਿੰਦੇ ਆ ਪੰਜਾਬ ਵਸਦਾ ਗੁਰੂਆਂ ਤੇ ਨਾ? ਇਸ ਕਰਕੇ ਉਹਨਾਂ ਨੇ ਵੀ ਕਿਰਤ ਕੀਤੀ ਤਾਂ ਖੇਤੀ ਕੀਤੀ। ਫਿਰ ਜੇ ਉਹਨਾਂ ਨੇ ਧਰਤੀ ਨੂੰ ਸੰਬੋਧਨ ਕੀਤਾ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਸੀਂ ਮਾਂ ਦਾ ਦਰਜਾ ਦਿੱਤਾ। ਸਾਡੇ ਤਾਂ ਰੂਹਾਂ 'ਚ ਪਈ ਆ ਸਾਡੀ ਧਰਤੀ। ਅਗਲੀ ਗੱਲ, ਅਗਲੀ ਉਦਾਹਰਨ ਨਵੀਂ ਤੇ ਹੁਣ ਸਾਡੇ ਸਾਹਮਣੇ ਆ। ਮੋਹਾਲੀ ਏਅਰਪੋਰਟ ਬਣਿਆ। ਏਅਰਪੋਰਟ ਲਈ ਜਦੋਂ ਜ਼ਮੀਨ ਅਕਵਾਇਰ ਹੋਈ ਤੇ ਕਿਸਾਨਾਂ ਨੂੰ ਅਕਵਾਇਰ ਕਰਕੇ ਕਈ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਉਹਦੇ 'ਚ ਆ ਗਈਆਂ। ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ, ਮੁਆਵਜ਼ਾ ਤੇ ਉਹਨਾਂ ਨੂੰ 2-2 ਕਰੋੜ ਰੁਪਈਆ ਇੱਕ ਏਕੜ ਦਾ, ਜਾਂ ਹੋ ਸਕਦਾ ਇਦੋਂ ਵੀ ਜ਼ਿਆਦਾ ਮਿਲਿਆ ਹੋਵੇ। ਪਰ ਅੱਜ
जिस किसान कोले ਜ਼ਮੀਨ नहीं आ वो भी इस प्रोटेस्ट 'ਚ ਸਾਡੇ ਨਾਲ बैठा। ਇਹਦਾ जवाब क्यों आ? ਉਹਨਾਂ ਦੀਆਂ ਜ਼ਮੀਨਾਂ ਲੈ ਲਈਆਂ, ਉਹਨਾਂ ਨੂੰ ਵੀ नहीं पता क्यों बैठे आ। जे ਪੁੱਛੀਏ ਉਹਨਾਂ ਕੋਲੇ भी जवाब है नहीं, कॉन्शियस माइंड कोले जवाब है नहीं, पर सबकॉन्शियस माइंड कोले जवाब पिया। सबकॉन्शियस माइंड ये कहता भी मेरे तो मेरी आज़ादी, मेरी सियासत खोली, मेरी पोलीटिकल ते सोशल फ्रीडम खोली साडी धरती नाल जुड़ी सी। इस करके इस एजिटेशन का हिस्सा कई बारी असी लड़ाई लड़ते हैं, जज्बे नाल लड़ते हैं। वो जज्बा एक प्रगट रूप च तो असी ये समझ लें भी ये जज्बा साडे कोले, पर जे असल जवाब थोड़े तो लेना होवे, तुसी इत्थे बैठे हो, आपां पंजाब दी सरहद ते बैठे हैं, भी क्यों बैठे हो दसो? थोड़े कोले भी कईयां कोले जवाब नहीं होना। क्यों? थोड़ा कॉन्शियस माइंड लैके आया इत्थे थोनू, पर सबकॉन्शियस माइंड च जवाब पिया। तुसी उसे सॉवरनिटी, उसे सियासत लई लड़ रहे हो जिहड़ी असी खड़ी करनी आ। जे अज पंजाब आपदी सियासत नहीं खड़ी कर सकिया, जिथे जड़ पई आ इन्हां लैजिसलेशनस दी, जिथे जड़ पई आ इह कानूनां दी, तां साडा इह अंदोलन ते साडा इह मोर्चा कामयाब नहीं आ। गल समझण दी जरूरत आ, सानू आपदी सियासत खड़ी करनी पैनी आ। क्यों खड़ी करनी पैनी आ? पोलीटिकल डिप्लोमैसी ने तां सानू हराया। असीं अंदोलन पैदा करते हैं, जज्बा पैदा करते हैं, फिर भी करते रहांगे, पर गांह जाके टेबल ते हार जाने आ। क्यों हार जाने आ? साडे कोले साडे आगू ही नहीं आ, जिहड़े हैगे वो गदार आ। सो जे असीं आपदी सियासत ना खड़ी कर सके आउण वाले समय च, तां पंजाब ने लड़ाई फिर भी नहीं जितनी। पंजाब कोले आपदी सियासत खड़ी करन दा दम होना चाहिदा। हुण उसे च ही साडी खुद मुख्तियारी पई आ। किवें खुद मुख्तियारी पई आ? मैं पूरी खित्ते दी खुद मुख्तियारी दी गल नहीं करदा, एक सिंपल जी उदाहरण दी आपां इत्थे चर्चा कर लैंदे आ। किसानी च जिहड़े बीज सानू मिलदे आ, वो किसी कंपनी सानू वेचदी आ, उहदा मुੱਲ कौन तय करदा? कंपनी वाले। ट्रैक्टर, तवियां, सुहागे, मशीनां बिजाई वास्ते ये सानू मशीनरी कौन वेचदा? कंपनी वाले। उहदा मुੱਲ कौन तय करदे आ? कंपनी वाले। रेहां स्प्रेयां कंपनियां बेचदियां, उहदा मुੱਲ कौन तय करदा? कंपनी वाले। बिजली पानी सरकारां दिंदियां, मुੱਲ कौन तय करदा? सरकारां, कंपनियां। इसे तरह असी लेबर वो भी आपदा मुੱਲ आप तय करदियां। असी अनाज पैदा करते हैं, अनाज का मुੱਲ तो कौन तय करदा? सरकार। जिन्हें खरीदना वो साडा मुੱਲ तय कर रहे आ। कित्थे आ खुद मुख्तियारी साडी? ते तुसीं जे कहो किसानां दा ते मजदूरां दा आ रियायतां लैके असीं जिंदगी सुधार दांगे, साडे कोले तां खुद मुख्तियारी है ही नहीं। जदों तक खुद मुख्तियारी नहीं आ, उदों तक जे तुसीं कहो किसानी दा भला हो जू, मजदूरां दा भला हो जू, नहीं हो सकदा। कदे खरीदण वाले ने भी मुੱਲ तय कीता, ये तां वेचण वाला करदा हुंदा। तुसीं असीं जिहड़ा कुछ खरीदना उहदा भी मुੱਲ ਉਹ तय करन, जिहड़ा हुण असीं वेचना उहदा भी मुੱਲ ਉਹ तय करन, ते फिर साडा भला कित्थों हो जू? असीं तां खुदकुशियां ही करनियां ना। फिर हुण ये गल जे फलसफिਆਂ तो भी दूर आ जाइए, जे असीं खित्ते दी खुद मुख्तियारी तो भी दूर आ जाइए, जिहदी गल इंडियन कॉन्स्टिट्यूशन करदी आ, फैडरल स्ट्रक्चर की गल इंडियन कॉन्स्टिट्यूशन करती है। असी कोई अनकॉन्स्टिट्यूशनल गल नहीं कर रहे, पर मैं सिर्फ किसानी तक भी सीमित रहा। साडे कोले तक उत्थे भी खुद मुख्तियारी है नहीं, तो साडियां किसान यूनियनां नूं लड़ना नहीं चाहिए, सानू लड़ना नहीं चाहिए, सानू सिर जोड़ के नहीं बैठना चाहिए। साडा मकसद की आ? फिर साडा मकसद ही खुद मुख्तियारी आ। असी संपूर्ण तौर पर ना सही, अंशक तौर पर तो लईए, एक नैरेटिव, एक बिरतांत तो खड़ा करिए। साडे कोले तो साडे अधिकार भी है नहीं, अज फंडामेंटल राइट्स, मनुखी अधिकार भी है नहीं साडे कोले। फिर किहड़ी इंडियन कॉन्स्टिट्यूशन की गल करते हैं, किहड़े डेमोक्रेटिक स्ट्रक्चर की गल करते हैं असी? सो इस करके लत्तां खिच्चणियां बड़ियां सौखियां हुंदियां, सरकारां दा काम आपां आसान कर दिंने आ। तौमतां लाउणियां बड़ियां सौखियां, माइंड नूं प्रेजुडिस ही करना। वो माइंड ह्यूमन साइकोलॉजी आ, नैगेटिव गल नूं बड़ा छेती फड़दी आ। पर जदों सिर जोड़ के बैठांगे
गल नूं समझांगे, जड़ कित्थे पई आ उस जड़ नूं पट्टांगे। असीं तां हालातां नूं मुखातम हुन्ने आ देखो मसलिਆਂ नूं मुखातम हुन्ने आ। किवें अज किसानी दा मसला आ गया, असीं बह गए। पहिलां नशिਆਂ दा मसला सी, ਉਹਦੇ ਤੇ ਬਹਿ ਗਏ। बेरोज़गारी ਦਾ मसला सी, ਉਹਦੇ ਤੇ ਬਹਿ ਗਏ। ਉਦੋਂ ਪਾਣੀਆਂ ਦਾ ਮਸਲਾ, ਉਹਦੇ ਤੇ ਬਹਿ ਗਏ। पर ये सारे मसले किसी हालात चों पैदा होए आ, किसी खला चों तो पैदा होए नहीं। एक विशेष तरह के हालातां ने ये मसले दिते आ। वो हालातां नूं उत्थे पई आ जड़, उन्हां हालातां नूं मुखातम होईए, उन्हां नूं संबोधन करिए। जे मसलिਆਂ की गल करते रहांगे इहदा तां फिर किते साडे फौ ही नहीं पैना। सो गल जदों मैं कहा अंदोलन रैवल्यूशन आज सिर जोड़ के बैठांगे, ये चों निकलना। संघर्ष चों कढ़ना की आ? जे असीं आपदी एक सियासी तौर पर, जदों मैं कहना जरूरी नहीं है लोगों ने देना हुंदा, आपदी सियासत खड़ी करिए। सियासत किवें खड़ी अज? अज जदों असीं ये कहा बंद कमरिਆਂ 'ਚ फैसले नहीं होणगे, ये मोर्चा तो तुहाडा मोर्चा, मेरा कोई मोर्चा नहीं है। ये तुसीं ये देखो, जे जज्बा ना होवे मेरा इत्थे खड़े रहण दा की फायदा? तुहाडा जज्बा ही आ। असीं इहदा मतलब एक एके दी बुलंद जिहड़ी आवाज़ आ साडी ਉਹ खड़ी कीती भी बंद कमरिਆਂ 'ਚ नहीं होणगे। इहदा मतलब ये नहीं वो टेबल ते नहीं बैठणगे। असीं किहा बैठो, पर सानू ट्रांसपेरेंसी, एक पारदर्शिता रखो। उत्थे साडी सियासत उत्थे डिग ना पवे, क्योंकि गल तां पोलीटिकल डिप्लोमेसी ने करनी आ, गल तां टेबल ते होनी आ। जे तुसीं उत्थे ही सारा कुछ इकट्ठा करके सरकार दी मजबूरी खड़ी करके असीं तुहानूं टेबल ते बाता, तो टेबल ते तुसीं हमेशा ही वेचिया सानूं। असीं क्यों नहीं कहांगे भी बंद कमरिਆਂ 'ਚ फैसले नहीं होने चाहिए? ठीक आ, किसान आगूआं ने संघर्ष लड़े आ, लंबे घोल लड़े आ, सत्कारयोग आ, उन्होंने डांगां खाधियां, गोलियां खाधियां, पर साडा निकलिया की आ? साडे कोले तां 70-75 सालां दा इतिहास पिया ना। ਉਹਨੂੰ ਦੇਖਾਂਗੇ कि ਤੁਹਾਡੀਆਂ ਡਾਂਗਾਂ ਸੋਟੀਆਂ ਤੇ ਗੋਲੀਆਂ ਉਹਨੂੰ ਦੇਖੀਏ, ਉਹਦੇ ਲਈ ਤੁਹਾਨੂੰ ਅਸੀਂ ਮਾਣ ਸਨਮਾਨ ਸਤਿਕਾਰ ਦੇਵਾਂਗੇ। ਪਰ ਜਦੋਂ ਕੌਮ ਦੀ ਗੱਲ ਆਉਂਦੀ ਆ, ਉੱਥੇ ਕਲੈਕਟਿਵ ਲੀਡਰਸ਼ਿਪ ਦੀ ਗੱਲ ਆਉਣੀ ਚਾਹੀਦੀ ਆ। ਉੱਥੇ ਇੱਕ ਆਗੂ ਦੀ ਗੱਲ ਨਹੀਂ ਕਰ ਸਕਦੇ। ਅੱਜ ਮੇਰੀ ਗੱਲ ਕਰੋਗੇ ਫੇਰ ਖਤਾ ਖਾ ਜਾਾਂਗੇ। ਅਸੀਂ ਤਾਂ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਆ। ਕੱਲਾ ਮੈਂ ਕੁਛ ਵੀ ਨਹੀਂ, ਕੱਲੇ ਤੁਸੀਂ ਕੁਛ ਵੀ ਨਹੀਂ। ਕਲੈਕਟਿਵ ਲੀਡਰਸ਼ਿਪ, ਇੱਕ ਬੰਦਾ ਮੰਨ ਲਓ ਦਗਾ ਵੀ ਕਰ ਗਿਆ, पर बाकी तो खड़े आ ना, बाकी तो उस इखलाक ते पहरा दे रहे हैं ना, उन्होंने फलसफियां ते पहरा दे रहे हैं जिन्हां ते देना चाहिए। सो मेरी बेनती यही आ भी सानू हजे, मैनू ये मेरा आपदी समझ आ, मैं गलत भी हो सकदा, पर संपूर्ण तौर पर मसलियां दी भी समझ नहीं आ हजे। असीं लत्तां खिच्चदे आ एक दूजे दियां या गल्लां करने आ, कोई उधर नूं तुरिया फिरदा, कोई उधर नूं तुरिया फिरदा, कोई उधर नूं तुरिया फिरदा, हो सकदा मेरे वर्गा इधर नूं तुरिया फिरदा होवे। ऐं तां साडा फौं नहीं पैना। सानू सिर जोड़ के बैठना भी पऊगा, संवाद भी करना पऊगा, विचारां दे वखरेविਆਂ नूं भी थां देनी पऊगी, ते एक कॉमन प्लेटफॉर्म या एक जिवें अंग्रेजी च कहंदे होए हुंदे आ, वी आर ऑन द सेम पेज, किते ना किते आउणा पऊगा। कलैक्टिव लीडरशिप भी खड़ी करनी पऊगी, साडी सियासत भी खड़ी करनी पऊगी, ते पंजाब दी होंद लई लड़ना पैना हुण। नहीं तां कबरां 'च धक्की जांदे आ ओह, साडे फलसफे नूं भी धक्क रहे आ। जे साडे तो साडीआं जमीनां लै गए, साडा फलसफा भी गया, साडा सभ्याचार भी गया, साडी होंद भी उत्थे ही पई आ। मुड़ के सब कुछ खुर जाना। हुण सारियां मसलिਆਂ ਦਾ हल, सारियां समस्यावां ਦਾ हल ਇੱਕੋ टाइम भी नहीं हो सकता। ये भी गल सही आ। सानू प्रायोरिटाइज़ भी करना पैना, पर प्रायोरिटाइज़ करने लई भी तो मसलिਆਂ ਨੂੰ समझना तो पैना ना। कौम ने, पंजाबियां ने बैठ के मसले तो समझने आ पहला, फिर नजिठने आ भी किहड़ू पहला नजिठीए, फिर दूजा किहनूं नजिठीए, फिर तीजा किहनूं नजिठीए। हजे तक तो एक पासे कोई एक लीडर एक मसले की गल करता, दूजे पासे दूजे वाली गल करी जाते आ। भगवंत मान साहब एक पासे गल कर रहे हैं, खैरा साहब एक पासे कर रहे हैं, या होर जिहड़े सिद्धू साहब नवजोत सिंह सिद्धू एक पासे कर रहे हैं। मैं तो इन्हां नूं भी अपील करदा भी आओ सिर जोड़ के बैठीए। जे असल पंजाब दा दर्द रखदे हो, फिर किहड़ी हौमे, किहड़ी मैं, बैठीए सिर जोड़ के।
सो इसे करके कलैक्टिव लीडरशिप पैदा करनी पैनी आ। कई बारी मैं जिन्ना कि समझिया, मेरी समझ भी हजे पूर्ण संपूर्ण नहीं हो सकती, अंतिम सच मेरे कोले भी नहीं आ, पर ਜਿਹੜੇ ਖੁੰਡ ਆ ਇੱਥੋਂ ਦੇ ਪੰਜਾਬ ਦੇ ਜਾਂ ਕਿਤੋਂ ਦੇ ਵੀ, ਉਹਨਾਂ ਦੀ ਇੱਕ ਉਹ ਆਪਦੇ ਫਲਸਫਿਆਂ ਤੋਂ ਦੂਰ ਹੋ ਗਏ, ਕਿਤੋਂ ਹੋਰ ਫਲਸਫੇ ਲੈ ਕੇ ਉਹਨਾਂ ਤੇ ਪੜੇਥਣ ਲਾ ਕੇ ਤੇ ਉਹਨਾਂ ਦੀ ਗੱਲ ਕਰਦੇ ਆ ਤੇ ਉਹਦੇ 'ਚ ਕੈਦ ਹੋ ਜਾਂਦੇ ਆ। ਇਹਦੀ ਜਿਹੜੀ ਪ੍ਰਤੱਖ ਉਦਾਹਰਨ ਐ ਕਰ ਲਓ ਵੀ ਜਿਵੇਂ ਕਮਿਊਨਿਜ਼ਮ ਹੋ ਗਿਆ, ਕਮਿਊਨਿਸਟ ਹੋ ਗਏ, ਇਹ ਸਾਡਾ ਫਲਸਫਾ ਥੋੜ੍ਹੀ ਆ, ਇਸ ਧਰਤੀ ਨੇ ਥੋੜ੍ਹੀ ਪੈਦਾ ਕੀਤਾ। ਇਸ ਧਰਤੀ ਦਾ ਫਲਸਫਾ ਤਾਂ ਗੁਰੂ ਨਾਨਕ ਸਾਹਿਬ ਤੋਂ ਪੈਦਾ ਹੋਇਆ। ਉਹਦੇ 'ਚ ਹੀ ਸਾਡੇ ਹਿੰਦੂ ਵੱਸਦੇ ਆ, ਉਹਦੇ 'ਚ ਹੀ ਸਾਡੇ ਮੁਸਲਮਾਨ ਵੱਸਦੇ ਆ, ਉਹਦੇ 'ਚ ਹੀ ਸਿੱਖ ਵੱਸਦੇ ਆ, ਉਹਦੇ 'ਚ ਹੀ ਹਰ ਭਾਈਚਾਰਾ ਵੱਸਦਾ। ਅਸੀਂ ਆਪਦੇ ਫਲਸਫਿਆਂ ਨੂੰ ਤਾਂ ਤਿਆਗੀ ਫਿਰਦੇ ਹਾਂ, ਹੋਰਾਂ ਦੇ ਫਲਸਫਿਆਂ ਨੂੰ ਲਿਆ ਕੇ ਇਸ ਧਰਤੀ 'ਤੇ ਅਸੀਂ ਉਹਦੀ ਲੜਾਈ ਲੜਨ ਲੱਗ ਜਾਂਦੇ ਹਾਂ ਤੇ ਉਸੇ ਫਲਸਫਿਆਂ 'ਚ ਕੈਦ ਹੋ ਜਾਂਦੇ ਹਾਂ। ਫਿਰ ਅਸੀਂ ਗੱਲਾਂ ਕੀ ਕਰਦੇ ਹਾਂ ਵੀ ਸ਼ੰਭੂ ਮੋਰਚੇ ਤੋਂ ਤਾਂ ਯਾਰ ਪਤਾ ਹੀ ਨਹੀਂ ਲੱਗ ਰਿਹਾ ਗੱਲ ਕੀ ਹੋ ਰਹੀ ਆ। ਸ਼ੰਭੂ ਮੋਰਚੇ ਤੋਂ ਸਿਰਫ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਹੋ ਰਹੀ ਆ, ਇੱਥੋਂ ਦੁਨੀਆ ਦੇ ਹੋਰ ਕਿਸੇ ਫਲਸਫੇ ਦੀ ਗੱਲ ਨਹੀਂ ਕੀਤੀ ਜਾ ਸਕਦੀ, ਨਾ ਹੀ ਹੋਊਗੀ। ਸੋ ਅੱਜ ਇੰਨੀਆਂ ਕੁ ਗੱਲਾਂ, ਇਹ ਗੱਲਾਂ ਹੀ ਸੀ, ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਬਾਕੀ ਜਦੋਂ ਪੰਚਾਇਤ 'ਚ ਬੈਠਾਂਗੇ ਹੋਰ ਬੜੀ ਚਰਚਾ ਹੋਊਗੀ, ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਬੜਾ ਕੁਛ ਸਿੱਖ ਕੇ ਸਾਡੀ ਸੇਧ ਕੀ ਹੋਣੀ ਚਾਹੀਦੀ ਆ, ਸਾਡੀ ਅੱਗੇ ਅਸੀਂ ਵਧਣਾ ਕਿੱਧਰ ਨੂੰ ਆ, ਇਹ ਪਤਾ ਲੱਗਦਾ। ਇਹਦਾ ਪਰਪਸ ਕੀ ਆ, ਪਰਪਸ ਵੀ ਸਾਡੇ ਕੋਲੇ ਹੈਗਾ, ਜਾਣਾ ਕਿੱਥੇ ਆ ਇਹ ਵੀ ਹੈਗਾ, ਪਰ ਹਜੇ ਮੈਨੂੰ ਲੱਗਦਾ ਅਸੀਂ ਹੱਲ ਵੱਲ ਤਾਂ ਹੀ ਤੁਰਾਂਗੇ। ਇਹ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ, ਹੱਲ ਕੀ ਆ? ਜਦੋਂ ਸਾਨੂੰ ਸਾਡੇ ਹੱਕ ਹੀ ਨਹੀਂ ਪਤਾ, ਉਦੋਂ ਤੱਕ ਸਾਡੀਆਂ ਮੰਗਾਂ ਨਹੀਂ ਪਤਾ, ਤੇ ਸਾਨੂੰ ਹੱਲ ਕਿੱਥੋਂ ਪਤਾ ਹੋਊ? ਇੰਨੇ ਕਾਲੇ 2 ਦਿਨਾਂ 'ਚ 7 ਦਿਨਾਂ 'ਚ ਕਿੱਥੋਂ ਹੱਲ ਹੋ ਜਾਊਗਾ? ਐਡਾ ਵੱਡਾ ਸਿਸਟਮ ਇੱਕ ਸਾਡੇ ਜਿਹਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ, ਉਹਦਾ ਹੱਲ ਕਿੱਥੋਂ ਹੋ ਜਾਊਗਾ? ਜੇ ਕਹੀਏ ਹੱਲ ਦੱਸੋ, ਨਹੀਂ, ਹਜੇ ਬਥੇਰਾ ਕੁਝ ਸਮਝਣਾ ਅਸੀਂ। ਜਦੋਂ ਸਾਡੀ ਸਮਝ 'ਚ ਸੰਪੂਰਨ ਤੌਰ 'ਤੇ ਜਾਂ ਕਿਤੇ ਜੇ ਐਡਾ ਹੱਲ ਦੀ ਅਸੀਂ ਕੋਈ ਇਲਾਹੀ ਗਿਆਨ ਲੈ ਕੇ ਥੋੜ੍ਹੀ ਬੈਠੇ ਹਾਂ, ਉਹ ਤਾਂ ਸਾਡੇ ਗੁਰੂ ਸਾਹਿਬਾਨਾਂ ਕੋਲ ਸੀ। ਅਸੀਂ ਤਾਂ ਇਹਨਾਂ ਸਮਾਜਿਕ ਵਰਤਾਰਿਆਂ ਤੋਂ ਸਿੱਖਿਆ, ਜਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਫਲਸਫੇ ਦਿੱਤੇ ਆ। ਸਮਾਜਿਕ ਵਰਤਾਰਿਆਂ ਤੋਂ ਸਿੱਖਿਆ ਹੋਇਆ ਜਿਹੜਾ ਗਿਆਨ ਆ, ਉਹਦੀ ਇੱਕ ਲਿਮਿਟੇਸ਼ਨ ਆ, ਮਨੁੱਖੀ ਬੁੱਧੀ 'ਚੋਂ ਪੈਦਾ ਹੋਇਆ ਗਿਆਨ ਆ, ਉਹਦੀ ਇੱਕ ਲਿਮਿਟੇਸ਼ਨ ਆ, ਤੇ ਇੰਨੀ ਛੇਤੀ ਹੱਲ 'ਤੇ ਕਿਵੇਂ ਪਹੁੰਚ ਜਾਈਏ? ਸੋ ਇਹ ਬੇਬੁਨਿਆਦ ਕੁਐਸਚਨ ਆ। ਹੱਲ ਵੀ ਮਿਲਣਗੇ ਜਦੋਂ ਅਸੀਂ ਸਿਰ ਜੋੜ ਕੇ ਬੈਠਾਂਗੇ, ਮਸਲਿਆਂ ਨੂੰ ਸਮਝਾਂਗੇ, ਹੱਲ ਨਿਕਲੇ ਆਉਣਗੇ, ਨਿਕਲੇ ਆਉਂਦੇ ਹੁੰਦੇ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।